ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ, ਜਿਹਦੇ ਵਿੱਚ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਨਾਲ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਦੇਖਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਤੇ ਉਹਦੇ ਨਾਲ ਸਾਡੀ ਟੀਮ ਨੂੰ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਉਤਸ਼ਾਹ ਮਿਲਦਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ, ਪਹਿਲੀ ਖਬਰ ਤਾਂ ਹੈਗੀ ਆ ਕਿ ਜਿਹੜੀ ਸਰਕਾਰ ਆ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਹੈਲਥ ਕੇਅਰ ਕਵਰੇਜ ਐਕਸਪੈਂਡ ਕਰਨ ਜਾ ਰਹੀ ਆ ਡਾਕਾ ਰੈਸੀਪੀਐਂਟਸ ਲਈ। ਸੋ ਜਿਨ੍ਹਾਂ ਨੇ ਡਾਕਾ ਦੇ ਅੰਡਰ ਕੇਸ ਅਪਲਾਈ ਕੀਤੇ ਨੇ, ਜਿਹੜੇ ਬੱਚੇ ਇੱਥੇ ਪਹਿਲਾਂ ਕਿਸੇ ਜ਼ਮਾਨੇ 'ਚ ਆਪਣੇ ਪੇਰੈਂਟਸ ਦੇ ਨਾਲ ਅਨਡਾਕੂਮੈਂਟਡ ਆਏ ਸੀ, ਫਿਰ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਸੀ ਉਹਨਾਂ ਨੇ ਪ੍ਰੋਗਰਾਮ ਕ੍ਰੀਏਟ ਕੀਤਾ ਹੈ, ਉਹਦੇ ਅੰਡਰ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਇਹ ਹੁਣ ਸਰਕਾਰ ਕਰ ਰਹੀ ਆ ਕਿ ਇਹ ਹੈਲਥ ਕੇਅਰ ਪਲਾਨ ਹੋਊਗੀ ਮੈਡੀਕੇਡ ਤੇ ਅਫੋਰਡੇਬਲ ਕੇਅਰ ਐਕਟ ਦੇ ਅੰਡਰ ਉਹਨਾਂ ਨੂੰ ਹੈਲਥ ਕੇਅਰ ਜਿਹੜਾ ਹੈਗਾ ਉਹ ਮਿਲਣੀ ਸ਼ੁਰੂ ਹੋ ਜੂਗੀ ਤੇ ਐਨਰੋਲ ਕਰ ਸਕਦੇ ਆ ਤੇ ਇਹਦੇ ਜਿਹੜਾ ਬਕਾਇਦਾ ਪ੍ਰੋਸੀਜਰ ਜਿਹੜਾ ਉਹ ਲੇਆਊਟ ਕੀਤਾ ਜਾਊਗਾ। ਪਰ ਸਰਕਾਰ ਨੇ ਅਨਾਊਂਸ ਕਰਤਾ ਵੀ ਜਿਹੜੇ ਡਾਕਾ ਰੈਸੀਪੀਐਂਟਸ ਨੇ ਉਹਨਾਂ ਨੂੰ ਅਸੀਂ ਹੈਲਥ ਕੇਅਰ ਜਿਹੜੀ ਆ ਉਹ ਦੇਵਾਂਗੇ, ਹੈਲਥ ਕੇਅਰ ਲਈ ਐਲੀਜੀਬਲ ਕਰਾਂਗੇ ਤੇ ਇਹ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਸਰਕਾਰ ਦਾ ਇੱਕ ਆਪਾਂ ਕਦਮ ਜਿਹੜਾ ਉਹ ਕਹਿ ਸਕਦੇ ਹਾਂ। ਅਗਲੀ ਖਬਰ ਹੈ ਜੀ ਕਿ DHS ਜਿਹੜੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਇੱਕ ਨਵਾਂ ਐਕਸਪੀਡਾਈਟਡ ਅਸਾਈਲਮ ਸਕਰੀਨਿੰਗ ਪ੍ਰੋਸੈਸ ਸ਼ੁਰੂ ਕਰਨ ਜਾ ਰਹੀ ਆ US ਮੈਕਸੀਕੋ ਬਾਰਡਰ ਤੇ, ਜਿਹਦੇ ਵਿੱਚ ਕਿ ਜਿਹੜੇ ਬੰਦੇ ਨੇ ਉਹਨਾਂ ਦੀ ਜਿਨ੍ਹਾਂ ਦੀ ਇੰਟਰਵਿਊ ਕੀਤੀ ਜਾਊਗੀ ਉਹਨਾਂ ਨੂੰ ਵਕੀਲ ਦੀ ਜਿਹੜੀ ਹੈਗੀ ਲੀਗਲ ਕਾਉਂਸਲ ਦੀ ਵੀ ਐਕਸੈਸ ਹੋਊਗੀ ਤੇ ਉਹਦੇ ਨਾਲ ਨਾਲ ਉਹਨਾਂ ਦੀ ਜਿਹੜੀਆਂ ਇੰਟਰਵਿਊਜ਼ ਵਗੈਰਾ ਹੈਗੀਆਂ ਉਹ 72 ਘੰਟੇ ਦੇ ਵਿੱਚ ਕੰਡਕਟ ਕੀਤੀਆਂ ਜਾਣਗੀਆਂ। ਸੋ ਜਿਹੜਾ ਸਕਰੀਨਿੰਗ ਪ੍ਰੋਸੈਸ ਆ ਉਹ ਇਸ ਲਈ ਆ ਦੇਖਣ ਲਈ ਵੀ ਕਿਹੜੇ ਅਸਾਈਲਮ ਦੇ ਜਿਹੜੇ ਹੈਗੇ ਆ ਉਹ ਲੈਜੀਟੀਮੇਟ ਐਪਲੀਕੈਂਟਸ ਨੇ, ਕਿਹੜੇ ਅਸਲੀ ਅਸਾਈਲਮ ਵਾਲੇ ਨੇ ਜਿਨ੍ਹਾਂ ਨੂੰ ਅਸਾਈਲਮ ਦੀ ਲੋੜ ਆ ਤੇ ਕਿਹੜੇ ਉੱਦਾਂ ਹੀ ਨੇ ਜਿਹੜੇ ਅਸਾਈਲਮ ਤੋਂ ਬਿਨਾਂ ਹੀ ਆ ਜਾਂਦੇ ਇੱਥੇ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਆਪਣੀ ਕੰਟਰੀ 'ਚ, ਉਹ ਦੇਖਣ ਵਾਸਤੇ ਵੀ ਰੀਅਲ ਅਸਾਈਲਮ ਐਪਲੀਕੈਂਟਸ ਕਿਹੜੇ ਆ। ਸੋ ਇਹ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਇਹ ਇੱਕ ਸਕਰੀਨਿੰਗ ਟੈਸਟ ਜਿਹਨੂੰ ਇਹਨਾਂ ਨੇ ਨਾਂ ਰੱਖਿਆ ਨਿਊ ਐਕਸਪੀਡਾਈਟਡ ਅਸਾਈਲਮ ਸਕਰੀਨਿੰਗ ਪ੍ਰੋਸੈਸ, ਇਹ ਸ਼ੁਰੂ ਕਰਨ ਜਾ ਰਹੇ ਨੇ। ਇਹ ਹੋਏਗਾ ਜੀ ਜਿਹੜਾ US ਮੈਕਸੀਕੋ ਬਾਰਡਰ ਆ ਉਹਦੇ ਤੇ 72 ਘੰਟੇ ਦੇ ਵਿੱਚ ਜਿਹੜੀ ਸਕਰੀਨਿੰਗ ਕੀਤੀ ਜਾਏਗੀ ਤੇ ਉਹ ਫਿਰ ਡਿਟਰਮਿਨ ਕਰਨਗੇ ਵੀ ਕਿਹੜੇ ਐਪਲੀਕੈਂਟ ਜਿਹੜੇ ਜੈਨੂਇਨ ਨੇ ਤੇ ਕਿਹੜੇ ਨਹੀਂ। ਤੇ ਇਹ ਇਹਨਾਂ ਨੇ ਹੁਣ ਸ਼ੁਰੂ ਕਰਨਾ, ਹੁਣ ਦੇਖਦੇ ਆ ਕਿਸ ਤਰ੍ਹਾਂ ਇਹ ਲਾਗੂ ਹੁੰਦਾ। ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਨਵਾਂ ਡਾਟਾ ਨਿਕਲ ਕੇ ਆਇਆ ਕਿ ਜਿਹੜੇ ਚਾਈਨੀਜ਼ ਮਾਈਗ੍ਰੈਂਟ ਨੇ, ਜਿਹੜੇ ਚਾਈਨਾ ਤੋਂ ਆਉਂਦੇ ਆ, ਉਹਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵਧੀ ਆ। ਸੋ ਚਾਈਨੀਜ਼ ਮਾਈਗ੍ਰੈਂਟ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਆ ਰਹੇ ਨੇ। ਉਹਦੇ ਨਾਲ ਨਾਲ ਜਿਹੜੇ ਬਾਕੀ ਮੁਲਕ ਨੇ ਉਹਨਾਂ ਤੋਂ ਵੀ ਕਾਫੀ ਲੋਕ ਆ ਰਹੇ ਨੇ, ਜਿਵੇਂ ਆਪਣੇ ਇੰਡੀਆ ਤੋਂ ਆ ਰਹੇ ਆ, ਪਾਕਿਸਤਾਨ ਤੋਂ ਆ ਰਹੇ ਆ ਤੇ ਜਿਹੜੇ ਸਾਊਥ ਅਮਰੀਕਨ ਕੰਟਰੀਜ਼ ਤੋਂ ਆ ਹੀ ਰਹੇ ਨੇ। ਪਰ ਏਸ਼ੀਆ ਦੇ ਵਿੱਚੋਂ ਹੁਣ ਚਾਈਨਾ ਦਾ ਨੰਬਰ ਵੀ ਕਾਫੀ ਜ਼ਿਆਦਾ ਜਿਹੜਾ ਉਹ ਇਨਕਰੀਜ਼ ਹੋ ਗਿਆ। ਇਹਦੇ ਨਾਲ ਨਾਲ ਆਪਾਂ ਗੱਲ ਕਰਦੇ ਹਾਂ ਕਿ USCIS ਦੀ ਜਿਹੜੀ ਅਪਡੇਟ ਇੱਕ ਆਈ ਸੀ ਪਿੱਛੇ ਬੜੀ ਇੰਪੋਰਟੈਂਟ, ਉਹਦੇ ਬਾਰੇ ਮੈਂ ਦੱਸਾਂ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਟਾਈਮ ਫਰੇਮਸ ਫॉर ਪੇਪਰ ਬੇਸਡ ਫਾਈਲਿੰਗਸ ਐਂਡ ਰਿਸਪੌਂਸਿਸ ਐਂਡਿੰਗ ਔਨ ਸੈਟਰਡੇ, ਸੰਡੇ ਔਰ ਫੈਡਰਲ ਹੌਲੀਡੇਜ਼, ਜਿਨ੍ਹਾਂ ਨੂੰ ਪੇਪਰ ਸਬਮਿਟ ਕਰਨ ਦਾ ਟਾਈਮ ਦਿੱਤਾ ਜਾਂਦਾ, RFE ਆਉਂਦੀ ਹੈ ਰਿਕੁਐਸਟ ਫॉर ਐਵੀਡੈਂਸ, ਜੇ ਉਹਦਾ ਜਿਹੜਾ ਟਾਈਮ ਹੁੰਦਾ 30 ਦਿਨ ਦਾ, 90 ਦਿਨ ਦਾ, ਉਹ ਸੈਟਰਡੇ, ਸੰਡੇ ਜਾਂ ਹੌਲੀਡੇ ਤੇ ਖਤਮ ਹੁੰਦਾ ਤਾਂ USCIS ਇਹ ਕਹਿ ਰਹੀ ਆ ਕਿ ਜੇ ਤੁਸੀਂ ਉਸ ਤੋਂ ਪਹਿਲਾਂ ਉਹਨੂੰ ਫਾਈਲ ਕਰ ਦੋਗੇ ਤਾਂ ਉਸ ਤੋਂ ਅਗਲੇ ਜਿਹੜਾ ਬਿਜ਼ਨਸ ਡੇ ਤੇ ਮਿਲੂਗਾ ਉਹਨੂੰ ਵੀ ਟਾਈਮਲੀ ਐਕਸੈਪਟ ਕੀਤਾ ਜਾਊਗਾ। ਸੋ USCIS ਕਰ ਰਹੀ ਆ ਕਿ ਵੀ ਆਰ ਅਪਡੇਟਿੰਗ USCIS policy manual to address situations when the last day to file a benefit request or respond to the USCIS action falls on a Saturday, Sunday or a federal holiday. In these situations, we will consider a filing or response submitted on paper timely if we receive it by the end of the next business day. While the receipt date of these cases will continue to reflect the date USCIS physically received the request, USCIS will consider the benefit request timely filed. ਉਹ ਕਹਿ ਰਹੀ ਆ ਕਿ ਜੇ ਛੁੱਟੀ ਆ, ਫਰਜ਼ ਕਰੋ ਕਿਸੇ ਦਾ ਜਿਹੜਾ ਉਹ ਟਾਈਮ ਹੈ 60 ਦਿਨ ਦਾ, 90 ਦਿਨ ਦਾ, ਉਹ ਸੰਡੇ ਨੂੰ ਪੂਰਾ ਜਾਂ ਸੈਟਰਡੇ ਨੂੰ ਹੋ ਰਿਹਾ ਤਾਂ ਜਿਹੜਾ ਉਹ ਕਮਿੰਗ ਮੰਡੇ ਆ ਉਦਣ ਵੀ ਜੇ ਉਹਨਾਂ ਨੂੰ ਮਿਲ ਜਾਂਦਾ ਇੱਕ ਦਿਨ ਬਾਅਦ ਵੀ ਉਹਨੂੰ ਵੀ ਉਹ ਟਾਈਮਲੀ ਜਿਹੜਾ ਉਹ ਐਕਸੈਪਟ ਕੀਤਾ ਜਾਏਗਾ। ਸੋ ਛੁੱਟੀ ਵਾਲੀ ਗੱਲ ਨੂੰ ਕੰਸੀਡਰ ਕਰ ਰਹੀ ਹੈ ਸਰਕਾਰ। ਇਹ ਵੀ ਇੱਕ ਬਹੁਤ ਵਧੀਆ ਜਿਹੜਾ ਗੌਰਮੈਂਟ ਦਾ ਆਪਾਂ ਫੈਸਲਾ ਕਹਿ ਸਕਦੇ ਹਾਂ। ਅਗਲੀ ਜਿਹੜੀ ਖਬਰ ਆ ਉਹ ਹੈਗੀ ਆ ਜੀ ਕਿ ਜਿਹੜੇ H2B ਵੀਜ਼ਾਸ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਕੈਪ ਰੀਚ ਹੋ ਗਿਆ for additional returning worker H2B visas for early second half of financial year 2023. USCIS has received enough petitions to reach the cap for the additional 16,500 H2B visas made available for returning workers for early second half of the fiscal year 2023 with starting dates from April 1, 2023 to May 14, 2023.
ਉਹ ਇਹ ਕਹਿ ਰਿਹਾ कि ਜਿਹੜਾ कैप हैगा वो ऑलरेडी पूरा हो चुका ਤੇ ਜਿਹੜਾ 16,500 ਦਾ कैप ਸੀਗਾ ਰਿਟਰਨਿੰਗ H2B ਵੀਜ਼ਾ ਦੇ ਜਿਹੜੇ ਵਰਕਰ ਸੀਗੇ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਉਹ ਇਹ ਹੈਗੀ ਆ ਕਿ ਜਿਹੜੇ EMPLOYERS ਨੇ they may file H2B petitions for FY2023 second late half returning workers। ਅਪ੍ਰੈਲ 13 ਤੋਂ USCIS ਕਹਿ ਰਹੀ ਆ ਕਿ starting April 13 2023 USCIS will begin accepting petitions for workers for late second half of fiscal year 2023 requesting employment starting dates from May 15 2023 to September 30 2023 under H2B supplemental cap temporary filing rule। 10,000 visas made available under this allocation are limited to returning workers who were issued H2B visas or H2B status in fiscal years 2021-22। ਜਿਹੜੇ ਪਟੀਸ਼ਨਾਂ ਦੇ ਵੀਜ਼ੇ ਪਹਿਲਾਂ ਇਸ਼ੂ ਹੋਏ ਸੀ 2020 ਜਾਂ 21 ਜਾਂ 22 ਚ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਉਹ ਜਿਹੜੀ USCIS ਹੈਗੀ ਆ ਉਹ ਹੁਣ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਉਹ ਐਕਸੈਪਟ ਕਰੇਗੀ। 10,000 ਵੀਜ਼ੇ ਅਵੇਲੇਬਲ ਨੇ ਅਪ੍ਰੈਲ 13 2023 ਤੋਂ ਬਾਅਦ, ਤੇ ਜਿਨ੍ਹਾਂ ਨੇ ਪਹਿਲਾਂ ਫਾਈਲ ਕਰ ਚੁੱਕੇ ਉਹਨਾਂ ਲਈ ਆ ਇਹ। ਤੇ ਇਹ ਅਪ੍ਰੈਲ 13 ਤੋਂ ਜਿਹੜੀਆਂ ਐਪਲੀਕੇਸ਼ਨਾਂ ਸ਼ੁਰੂ ਹੋਣਗੀਆਂ ਤੇ ਇਹਦੇ 'ਚ ਜਿਹੜੇ ਉਸ ਕਿਸਮ ਦੇ ਬੰਦੇ ਜਿਨ੍ਹਾਂ ਨੇ ਪਹਿਲਾਂ ਆਲਰੇਡੀ ਅਪਲਾਈ ਕੀਤਾ ਵਾਰੀ ਨਹੀਂ ਆਈ ਉਹ ਹੁਣ ਅਪਲਾਈ ਕਰ ਸਕਣਗੇ। ਇਸ ਤੋਂ ਇਲਾਵਾ ਖਬਰ ਹੈਗੀ ਹੈ ਜੀ ਬਾਰਡਰ ਦੀ ਅਪਡੇਟ। ਇੰਪੋਰਟੈਂਟ ਅਪਡੇਟ ਜਿਹੜੇ ਬੰਦੇ ਕੈਨੇਡਾ ਤੋਂ ਆਉਂਦੇ ਆ ਉਹਨਾਂ ਲਈ ਕਿ ਜਿਹੜਾ ਅਗਰੀਮੈਂਟ ਸਾਈਨ ਕੀਤੀ ਹੈਗੀ ਆ ਅਮਰੀਕਾ ਤੇ ਕੈਨੇਡਾ ਨੇ ਸੇਫ ਥਰਡ ਕੰਟਰੀ ਰੂਲ ਬਾਰੇ। ਇਸ ਅਗਰੀਮੈਂਟ ਦੇ ਵਿੱਚ ਬੇਸਿਕਲੀ ਇਹ ਹੈਗਾ ਕਿ ਜੇ ਕੋਈ ਬੰਦਾ ਵੀ ਅਮਰੀਕਾ ਤੋਂ ਕੈਨੇਡਾ ਜਾਊਗਾ ਜਾਂ ਕੈਨੇਡਾ ਤੋਂ ਅਮਰੀਕਾ ਜਾਊਗਾ ਬਾਰਡਰ ਕ੍ਰਾਸ ਕਰਕੇ, ਚਾਹੇ ਉਹ ਪੋਰਟ ਆਫ ਐਂਟਰੀ ਤੋਂ ਜਾਂਦਾ ਜਾਂ ਉੱਦਾਂ ਹੀ ਲੰਘ ਕੇ ਜਾਂਦਾ ਕਿਤੋਂ ਹੋਰ, ਤੇ ਉੱਥੇ ਅਸਾਈਲਮ ਅਪਲਾਈ ਕਰਦਾ, ਉਹ ਅਸਾਈਲਮ ਨਹੀਂ ਕਰ ਸਕੇਗਾ ਜੇ ਉਹ ਉਸ ਕੰਟਰੀ ਦੇ ਵਿੱਚ ਜਿੱਥੋਂ ਆਇਆ ਉੱਥੇ ਪਹਿਲਾਂ ਉਹਨੇ ਅਸਾਈਲਮ ਅਪਲਾਈ ਨਹੀਂ ਕੀਤਾ ਤੇ ਸਾਰੀਆਂ ਉੱਥੇ ਜਿਹੜੀਆਂ ਰੈਮਡੀਜ਼ ਨੇ ਜਿੰਨੀਆਂ ਅਪੀਲਾਂ ਸਾਰੀਆਂ ਫੇਲ ਨਹੀਂ ਹੋਈਆਂ। ਫੋਰ ਐਗਜ਼ਾਮਪਲ ਜੇ ਕੋਈ ਬੰਦਾ ਹੁਣ ਕੈਨੇਡਾ ਤੋਂ ਬਾਰਡਰ ਕ੍ਰਾਸ ਕਰਕੇ ਅਮਰੀਕਾ ਆ ਰਿਹਾ ਇਸ ਉਮੀਦ 'ਚ ਕਿ ਮੈਂ ਅਸਾਈਲਮ ਫਾਈਲ ਕਰਾਂਗਾ ਅਮਰੀਕਾ ਜਾ ਕੇ, ਉਹਨੂੰ ਪਹਿਲਾਂ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰਨਾ ਪਏਗਾ ਤੇ ਉੱਥੇ ਸਾਰੀ ਜਿਹੜਾ ਪ੍ਰੋਸੈਸ ਜਿੰਨਾ ਅਪੀਲਾਂ ਦਾ ਹੁੰਦਾ ਐਗਜ਼ੌਸਟ ਕਰਕੇ ਜੇ ਕੇਸ ਉੱਥੇ ਫੇਲ ਹੋ ਜਾਂਦਾ ਫਿਰ ਉਹ ਇੱਥੇ ਆ ਸਕਦਾ। ਜੇ ਉੱਥੇ ਉਹ ਅਸਾਈਲਮ ਫਾਈਲ ਨਹੀਂ ਕਰਦਾ ਤੇ ਇੱਥੇ ਆ ਕੇ ਕਰਦਾ ਉਹ ਹੁਣ ਐਕਸੈਪਟੇਬਲ ਨਹੀਂ ਹੋਏਗਾ। ਇਹ ਜਿਹੜਾ ਰੂਲ ਆ ਇਹ 23 ਮਾਰਚ ਤੋਂ ਆਲਰੇਡੀ ਲਾਗੂ ਹੋ ਗਿਆ ਤੇ ਜਿਹੜੇ ਪੋਰਟ ਆਫ ਐਂਟਰੀ ਤੋਂ ਬੰਦੇ ਆਉਂਦੇ ਆ ਜਿਹੜੇ ਕਿ ਫਰਜ਼ੀ ਕਰੋ ਇਮੀਗ੍ਰੇਸ਼ਨ ਦੇ ਥਰੂ, ਉਹਨਾਂ ਤੇ ਵੀ ਲਾਗੂ ਆ। ਜਿਹੜੇ ਉੱਦਾਂ ਹੀ ਬਾਰਡਰ ਲੰਘ ਕੇ ਆ ਜਾਂਦੇ ਫੜੇ ਨਹੀਂ ਜਾਂਦੇ ਉਹਨਾਂ ਤੇ ਵੀ ਲਾਗੂ ਆ। ਸੋ ਇਸ ਕਰਕੇ ਜਿਹੜਾ ਅਮਰੀਕਾ ਤੋਂ ਕੈਨੇਡਾ ਜਾਏਗਾ ਜਾਂ ਕੈਨੇਡਾ ਤੋਂ ਅਮਰੀਕਾ ਆਏਗਾ ਤੇ ਉਹਨੇ ਉਹਨਾਂ ਕੰਟਰੀਆਂ 'ਚ ਅਸਾਈਲਮ ਨਹੀਂ ਲਾਇਆ ਤੇ ਉਹ ਇੱਥੇ ਆ ਕੇ ਅਸਾਈਲਮ ਨਹੀਂ ਲਾ ਸਕੇਗਾ। ਉਹਨੂੰ ਪਹਿਲਾਂ ਜਿਹੜੀ ਕੰਟਰੀ 'ਚੋਂ ਆਇਆ, ਜੇ ਕੈਨੇਡਾ 'ਚੋਂ ਆਇਆ ਤਾਂ ਉੱਥੇ ਲਾਉਣਾ ਪਏਗਾ, ਜੇ ਅਮਰੀਕਾ 'ਚੋਂ ਕੈਨੇਡਾ ਗਿਆ ਤਾਂ ਇੱਥੇ ਲਾਉਣਾ ਪਏਗਾ। ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਅਪਡੇਟ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਅਪਡੇਟ ਹੈਗੀ ਹੈ ਜੀ ਸਦਰਨ ਬਾਰਡਰ ਦੀ। ਜਿਹੜਾ ਮੈਕਸੀਕੋ ਵਾਲਾ ਬਾਰਡਰ ਆ ਉੱਥੇ ਅਜੇ ਵੀ ਜਿਹੜੀ ਐਂਟਰੀ ਹੈਗੀ ਆ ਉਹ ਮਿਲ ਰਹੀ ਆ। ਖਾਸ ਕਰਕੇ ਜਿਹੜੇ ਬੰਦੇ ਆਪਣੇ ਇੰਡੀਆ ਵਗੈਰਾ ਤੋਂ ਆਉਂਦੇ ਉਹਨਾਂ ਨੂੰ ਕਈਆਂ ਤੋਂ ਤਾਂ ਜਿਹੜੀ ਪੋਸਟ ਆ ਉੱਥੋਂ ਛੱਡ ਦਿੰਦੇ ਆ, ਕਈਆਂ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਸੈਂਟਰ ਉੱਥੇ ਲੈ ਜਾਂਦੇ, ਉੱਥੇ ਬਿਆਨ ਵਗੈਰਾ ਹੁੰਦੇ ਆ ਤੇ ਜੇ ਬਿਆਨ ਉਹਨਾਂ ਦੇ ਪਾਸ ਹੋ ਜਾਣ ਤਾਂ ਛੱਡ ਦਿੰਦੇ ਆ। ਪਰ ਹੁਣ ਵੀ ਜਿਹੜਾ ਰਿਲੀਜ਼ ਇਹ ਹੋ ਰਿਹਾ, ਕੁਝ ਪਾਲਿਸੀ ਚੇਂਜਸ ਜਿਹੜੀਆਂ ਗਵਰਨਮੈਂਟ ਕਰਨ ਜਾ ਰਹੀ ਹੈ ਮਈ ਦੇ ਵਿੱਚ, ਉਹਦਾ ਪਤਾ ਲੱਗੇਗਾ ਕਿ ਕੀ ਇੰਪਲੀਮੈਂਟੇਸ਼ਨ ਉਹਦੀ ਹੋਏਗੀ ਜਦੋਂ ਹੋਣਗੀਆਂ। ਪਰ ਜੇ ਫਿਲਹਾਲ ਉੱਥੇ ਐਂਟਰੀ ਵਗੈਰਾ ਜਿਹੜੀ ਆ ਉਹ ਮਿਲ ਰਹੀ ਆ। ਇੱਕ ਹੋਰ ਅਪਡੇਟ ਹੈਗੀ ਆ ਉਹ ਇਹ ਆ ਕਿ USCIS ਨੇ ਕਿਹਾ ਕਿ ਅਸੀਂ ਸੀਰੀਅਸਲੀ ਵਰਕ ਕਰ ਰਹੇ ਹਾਂ ਜਿਹੜਾ ਬੈਕਲੌਗ ਇਕੱਠਾ ਹੋਇਆ ਉਹਨੂੰ ਠੀਕ ਕਰਨ ਵਾਸਤੇ, ਤੇ ਉਹਦੇ ਬਾਰੇ ਉਹ ਕਹਿੰਦੇ ਤੁਹਾਨੂੰ ਨਵੀਂ ਅਪਡੇਟ ਦੇਵਾਂਗੇ। ਅਸੀਂ ਉਹਨੂੰ ਫਾਸਟ ਪ੍ਰੋਸੈਸਿੰਗ ਕਰ ਰਹੇ ਹਾਂ, ਦੇਖਦੇ ਹਾਂ ਹੁਣ ਕਿੰਨੀ ਕੁ ਹੁੰਦੀ ਆ। ਬਾਕੀ ਅਸਾਈਲਮ ਦੇ ਕੇਸਾਂ ਬਾਰੇ ਅਪਡੇਟ ਆ। 4 ਕੇਸ ਆਪਣੇ ਅਸਾਈਲਮ ਦੇ ਆਪਣੇ ਆਫਿਸ ਦੇ ਪਾਸ ਹੋਏ ਆ ਪਿਛਲੇ ਹਫਤੇ। ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਦੇ ਪਾਸ ਹੋਏ ਆ। ਸੋ ਇਹ ਉਹਦੇ 'ਚ ਇਸ਼ੂ 2 ਕੇਸਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਰੀਲੋਕੇਸ਼ਨ ਦਾ ਇਸ਼ੂ ਸੀਗਾ, ਪਰ ਉਹ ਸਾਰਾ ਠੀਕ ਠਾਕ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ, ਤੇ 4 ਆਪਣੇ ਕੇਸ ਜਿਹੜੇ ਆ ਉਹ ਹੁਣ ਪਾਸ ਹੋਏ ਆ। ਇਹ ਤਾਂ ਸੀਗਾ ਜੀ ਇੰਪੋਰਟੈਂਟ ਖਬਰਾਂ। ਤੇ ਹੁਣ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਜੀ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਹੈ ਜੀ ਕਿ ਉਹ ਇਹ ਕਹਿੰਦੇ ਆ ਕਿ ਨਿਊ ਅਸਾਈਲਮ ਪਾਲਿਸੀ ਬਾਰੇ ਜਿਹੜਾ ਥਰਡ ਕੰਟਰੀ ਰੂਲ ਬਾਰੇ ਤੁਸੀਂ ਦੱਸੋ। ਮੈਂ ਦੱਸ ਕੇ ਹਟਿਆ ਜੀ ਕਿ ਕੈਨੇਡਾ ਤੇ ਅਮਰੀਕਾ ਦੀ ਜਿਹੜੀ ਥਰਡ ਕੰਟਰੀ ਜਿਹੜਾ ਥਰਡ ਸੇਫ ਕੰਟਰੀ ਰੂਲ ਆ ਇੰਪਲੀਮੈਂਟ ਹੋ ਗਿਆ, ਤੇ ਜਿਹੜੇ ਬੰਦੇ ਕੈਨੇਡਾ ਤੋਂ ਅਮਰੀਕਾ ਆਉਣਾ ਚਾਹੁੰਦੇ ਆ ਅਸਾਈਲਮ ਕਰਨ ਲਈ ਜਾਂ ਅਮਰੀਕਾ ਤੋਂ ਕੈਨੇਡਾ ਜਾਣਾ ਚਾਹੁੰਦੇ ਅਸਾਈਲਮ ਉੱਥੇ ਕਰਨ ਵਾਸਤੇ, ਉਹਨਾਂ ਨੂੰ ਪਹਿਲਾਂ ਉਸ ਕੰਟਰੀ ਅਸਾਈਲਮ ਕਰਨਾ ਪਏਗਾ ਤੇ ਸਾਰੇ ਕੇਸ ਲੜ ਕੇ ਜਿੰਨੀਆਂ ਅਪੀਲਾਂ ਉਹ ਸਾਰੀਆਂ ਫੇਲ ਹੋਣ ਤੋਂ ਬਾਅਦ ਹੀ ਆ ਸਕਦੇ ਆ। ਜੇ ਉੱਦਾਂ ਆਉਣਗੇ ਅਸਾਈਲਮ ਨਹੀਂ ਕਰ ਸਕਣਗੇ। ਇਹ ਲਾਗੂ ਆਲਰੇਡੀ ਹੋ ਚੁੱਕਾ 23 ਮਾਰਚ ਤੋਂ। ਜਿਹੜਾ US ਤੇ ਜਿਹੜਾ ਮੈਕਸੀਕਨ ਬਾਰਡਰ ਆ, ਜਿਹੜਾ ਸਦਰਨ ਬਾਰਡਰ ਦੇ ਉੱਤੇ ਜਿਹੜੀ ਅਪਡੇਟ ਆ ਉਹਦੇ ਬਾਰੇ ਅਜੇ ਸਿਚੁਏਸ਼ਨ ਕਲੀਅਰ ਨਹੀਂ ਹੈਗੀ, ਉਹ ਆਪਾਂ ਨੂੰ ਮਈ 'ਚ ਪਤਾ ਚੱਲੇਗੀ। ਅਗਲਾ ਸਵਾਲ ਹੈ ਜੀ ਕਿ ਇਹ ਕਹਿ ਰਹੇ ਆ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਤੇ ਮੇਰੀ ਜਿਹੜੀ ਵਾਈਫ ਨੇ ਅਪਲਾਈ ਕੀਤਾ ਸੀਗਾ
ਤੇ ਉਹਨਾਂ ਨੇ ਹੁਣ ਮੇਰਾ ਕੇਸ ਵਿਡਰਾਅ ਕਰ ਲਿਆ ਤੇ ਹੁਣ ਮੈਂ ਮਤਲਬ ਇਹ 'ਚ ਕੀ ਕਰ ਸਕਦਾ। ਦੇਖੋ ਗੱਲ ਇਹ ਹੈਗੀ ਆ ਕਿ ਜਿਹੜਾ ਇਹ ਇਮੀਗ੍ਰੈਂਟ ਵੀਜ਼ਾ ਹੁੰਦਾ ਹੈ, ਹਸਬੈਂਡ ਵਾਈਫ ਜਦੋਂ ਕੋਈ ਵੀ ਅਪਲਾਈ ਕਰਦਾ ਉਹਦੀ ਇਹ ਮਰਜ਼ੀ ਹੁੰਦੀ ਆ ਕਿ ਉਹਨੂੰ ਕੈਰੀ ਕਰੇ ਜਾਂ ਨਾ ਕਰੇ, ਉਹਦਾ ਰਾਈਟ ਆ। ਜੇ ਉਹਨੇ ਵਿਡਰਾਅ ਕਰ ਲਿਆ ਤਾਂ ਇਹਦੇ 'ਚ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਇਹਦੇ 'ਚ ਕੋਈ ਇੱਦਾਂ ਦੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਤੁਹਾਨੂੰ ਕੋਈ ਇੱਥੋਂ ਬੈਨੀਫਿਟ ਇਹਦਾ ਮਿਲੇਗਾ। ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਆ, ਕੈਨੇਡਾ 'ਚ ਰਹਿ ਰਿਹਾ, ਮੇਰੀ ਮਦਰ ਵੀ ਕੈਨੇਡੀਅਨ ਸਿਟੀਜ਼ਨ ਆ ਤੇ ਮੈਂ 21 ਸਾਲ ਦਾ ਹੋ ਜਾਣਾ ਤੇ ਮੈਂ ਉਹਨਾਂ ਦਾ ਅਪਲਾਈ ਕਿੱਦਾਂ ਕਰ ਸਕਦਾ। 21 ਸਾਲ ਤੋਂ ਬਾਅਦ ਤੁਹਾਨੂੰ ਇੱਥੇ ਆਉਣਾ ਪਏਗਾ, ਇੱਥੇ ਰਹਿਣਾ ਪਏਗਾ ਅਮਰੀਕਾ 'ਚ, ਕਿਉਂਕਿ ਦੋ ਸ਼ਰਤਾਂ ਹੁੰਦੀਆਂ ਨੇ। ਇੱਕ ਤਾਂ ਤੁਸੀਂ ਇਹ ਹੈ ਕਿ ਸਿਟੀਜ਼ਨ ਹੋਵੋ, ਦੂਜੀ ਹੁੰਦੀ ਤੁਹਾਨੂੰ ਡੋਮਿਸਾਈਲ ਵੀ ਇੱਥੋਂ ਦਾ ਕਰਨਾ ਪੈਣਾ ਤੇ ਇਸ ਕਰਕੇ ਤੁਹਾਨੂੰ ਰਹਿਣਾ ਪਊਗਾ ਇੱਥੇ। ਰਹਿ ਕੇ ਆ ਕੇ ਤੁਸੀਂ ਇੱਥੇ ਆਪਣਾ ਜਿਹੜਾ ਬੈਂਕ ਅਕਾਊਂਟ ਖੁਲਾਓ, ਤੁਹਾਡੀਆਂ ਬੈਂਕ ਸਟੇਟਮੈਂਟਾਂ ਚਾਹੀਦੀਆਂ, ਲੀਜ਼ ਚਾਹੀਦੀ ਹੈ, ਜੌਬ ਦਾ ਚਾਹੀਦਾ ਵੀ ਕਿੱਥੇ ਕੰਮ ਕਰਦੇ ਹੋ, ਫਿਰ ਤੁਸੀਂ ਉਹਨਾਂ ਦਾ 21 ਸਾਲ ਤੋਂ ਉੱਪਰ ਉਮਰ ਜਦੋਂ ਤੁਹਾਡੀ ਹੋ ਜਾਂਦੀ ਤੁਸੀਂ ਅਪਲਾਈ ਕਰ ਸਕੋਗੇ। ਪਰ ਉੱਥੇ ਬੈਠੇ ਨਹੀਂ ਕਰ ਸਕਦੇ, ਇੱਥੇ ਆ ਕੇ ਰਹਿਣਾ ਪੈਣਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੀ F4 ਕੈਟੇਗਰੀ ਆ ਉਹਦਾ ਕੀ ਹੈ। ਮੇਰੇ ਕੋਲ ਵੀਜ਼ਾ ਬੁਲੇਟਿਨ ਪਿਆ ਜੀ ਅਪ੍ਰੈਲ ਦਾ, ਇਹਦੇ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇ ਦਿਆਂ ਕਿ ਅਪ੍ਰੈਲ ਦੇ ਵਿੱਚ ਵੀ ਜਿਹੜੀ ਖਾਸ ਮੂਵਮੈਂਟ ਨਹੀਂ, ਜਿਹੜੀ F4 ਕੈਟੇਗਰੀ ਉੱਥੇ ਚੱਲ ਰਿਹਾ ਜੀ 15 ਸਤੰਬਰ 2005, ਜਿਹੜੀ ਕਿ ਭਰਾ ਭੈਣ ਦੀ ਕੈਟੇਗਰੀ। F3 ਹੈਗੀ US ਸਿਟੀਜ਼ਨ ਜਿਹੜੇ ਮੈਰਿਡ ਡਾਟਰ ਜਾਂ ਸੰਤ ਉਹਨਾਂ ਦੇ ਬੱਚੇ ਉੱਥੇ ਚੱਲ ਰਿਹਾ 22 ਨਵੰਬਰ 2008। F2B ਹੈ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਬੱਚੇ ਉੱਥੇ ਆ 22 ਸਤੰਬਰ 2015। F2A ਹੈਗੀ ਆ ਜਿਹੜੇ ਕਿ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਉੱਥੇ ਚੱਲ ਰਿਹਾ ਜੀ 8 ਸਤੰਬਰ 2020। ਤੇ F1 ਕੈਟੇਗਰੀ ਚੱਲ ਰਿਹਾ ਜੀ 1 ਦਸੰਬਰ 2014। ਇਹ ਅਪ੍ਰੈਲ ਦਾ ਵੀਜ਼ਾ ਬੁਲੇਟਿਨ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਤੇ ਜਿਹੜੇ ਪੇਪਰ ਲੈ ਰਿਹਾ NVC ਜਿਨ੍ਹਾਂ ਦੇ ਉਹ ਜਿਹੜੀਆਂ ਡੇਟਾ ਹੈਗੀਆਂ ਜੀ F4 ਕੈਟੇਗਰੀ ਜਿਹੜੇ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟੇਗਰੀ ਆ 22 ਫਰਵਰੀ 2006। F3 ਕੈਟੇਗਰੀ US ਸਿਟੀਜ਼ਨ ਦੇ ਮੈਰਿਡ ਬੱਚੇ ਤੇ ਉਹਨਾਂ ਦੇ ਬੱਚਿਆਂ ਦੀ ਇਹ ਹੈਗਾ ਜੀ 8 ਨਵੰਬਰ 2009। F2B ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ 1 ਜਨਵਰੀ 2017। F2A ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਉਹ ਕਰੰਟ ਆ। F1 ਹੈਗਾ ਜੀ 8 ਅਗਸਤ 2016। ਸੋ ਇਹ ਜਿਹੜੀਆਂ ਮਤਲਬ ਡੇਟਾ ਨੇ ਜਿਨ੍ਹਾਂ ਦੇ ਵਿੱਚ ਕਿ ਨੈਸ਼ਨਲ ਵੀਜ਼ਾ ਸੈਂਟਰ ਜਿਹੜੇ ਸਿਵਲ ਡਾਕੂਮੈਂਟ ਹੁੰਦੇ ਆ, ਜਿਵੇਂ ਤੁਹਾਡੇ ਜਿਹੜੇ ਪਾਸਪੋਰਟ ਦੀਆਂ ਕਾਪੀਆਂ ਹੋ ਗਈਆਂ, ਪੁਲਿਸ ਕਲੀਅਰੈਂਸ ਰਿਪੋਰਟ ਹੋ ਗਈ, ਪਾਸਪੋਰਟ ਕਲੀਅਰੈਂਸ ਰਿਪੋਰਟ ਹੋ ਗਈ, ਹੋਰ ਸਾਰੇ ਐਫੀਡੇਵਿਟ ਆਫ ਸਪੋਰਟ ਵਗੈਰਾ ਉਹ ਸਾਰੇ ਪੇਪਰ ਮੰਗ ਰਹੇ, ਉਹ ਇਹ ਡੇਟਾ ਹੈਗੀਆਂ। ਪਰ ਪਿਛਲੇ ਮਹੀਨੇ ਦੇ ਮੁਤਾਬਕ ਜਾਂ ਇਸ ਕੋਈ ਖਾਸ ਮੂਵਮੈਂਟ ਜਿਹੜੀ ਆ ਉਹ ਅਜੇ ਵੀ ਆਪਾਂ ਨੂੰ ਦੇਖਣ ਨੂੰ ਜਿਹੜੀ ਆ ਉਹ ਨਹੀਂ ਮਿਲੀ। ਇਸ ਤੋਂ ਇਲਾਵਾ ਜਿਹੜਾ ਹੁਣ ਅਗਲਾ ਸਵਾਲ ਹੈ ਜੀ ਉਹ ਇਹ ਕਹਿ ਰਹੇ ਆ ਕਿ ਅਸੈਲਮ ਪਾਸ ਹੁੰਦਾ, ਇਹਦੇ ਬਾਰੇ ਦੱਸੋ। ਅਸੈਲਮ ਦੇ ਕੇਸ ਹੁੰਦੇ ਆ ਜੀ, ਮੈਂ ਦੱਸ ਕੇ ਹਟਿਆ 4 ਕੇਸ ਆਪਣੇ ਪਿਛਲੇ ਹਫਤੇ ਹੀ ਪਾਸ ਹੋਏ ਆ। ਸੋ ਅਸੈਲਮ ਦੇ ਕੇਸ ਜ਼ਰੂਰ ਜਿਹੜੇ ਆ ਉਹ ਪਾਸ ਹੋ ਰਹੇ ਆ। ਤੇ ਇੱਕ ਹੋਰ ਖਬਰ ਹੈ ਜੀ, ਕਹਿ ਰਹੇ ਆ ਕਿ ਇੱਕ ਰੂਲ ਬਣਨ ਜਾ ਰਿਹਾ ਅਮਰੀਕਾ ਦੇ ਵਿੱਚ ਕਿ ਜਿਹੜੇ ਮੈਕਸੀਕੋ ਤੋਂ ਵੀ ਆਉਣਗੇ ਉਹ ਪਹਿਲਾਂ ਉੱਥੇ ਅਸੈਲਮ ਅਪਲਾਈ ਕਰਨੇ। ਇਹਦਾ ਪਤਾ ਲੱਗੂਗਾ ਜੀ ਜਦੋਂ ਇਹ ਰੂਲ ਲਾਗੂ ਹੋਇਆ। ਜੇ ਲਾਗੂ ਨਹੀਂ ਹੋਇਆ ਸੋ ਮਈ ਦੇ ਵਿੱਚ ਕਹਿ ਰਹੇ ਲਾਗੂ ਹੋਏਗਾ, ਜਦੋਂ ਹੋਏਗਾ ਮੈਂ ਇਹਦੇ ਬਾਰੇ ਤੁਹਾਨੂੰ ਅਪਡੇਟ ਦਿਆਂਗਾ। ਪਰ ਫਿਲਹਾਲ ਜਿਹੜਾ ਕੈਨੇਡਾ ਵਾਲਾ ਲਾਗੂ ਹੋ ਗਿਆ ਕਿ ਜਿਹੜੇ ਕੈਨੇਡਾ ਤੋਂ ਆਉਂਦੇ, ਜਿਵੇਂ ਮੈਂ ਦੱਸ ਕੇ ਹਟਿਆ, ਉਹਨਾਂ ਨੂੰ ਉੱਥੇ ਪਹਿਲਾਂ ਅਸੈਲਮ ਕਰਨਾ ਪਏਗਾ ਇੱਥੇ ਆਉਣ ਤੋਂ ਪਹਿਲਾਂ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਵਰਕ ਪਰਮਿਟ ਆ ਉਹ ਹੁਣ ਕਿੰਨੀ ਦੇਰ 'ਚ ਮਿਲਦਾ। ਅੱਜ ਕੱਲ੍ਹ ਫਾਸਟ ਹੈ ਜੀ ਰਿਨੂਅਲ ਜਿਹੜੀ ਆ, ਜਿਵੇਂ ਅੱਗੇ ਸਾਲ 1.5 ਸਾਲ ਲੱਗਦਾ ਸੀਗਾ ਰਿਨੂਅਲ ਆਉਣ ਨੂੰ, ਪਰ ਹੁਣ ਤੇਜ਼ ਆ। ਜਿਹੜਾ ਵਰਕ ਪਰਮਿਟ ਰਿਨੂਅਲ ਦਾ ਵੀ ਕਾਫੀ ਫਾਸਟ ਹੈ ਤੇ ਜਿਹੜਾ ਦੂਜਾ ਹੈਗਾ ਫਸਟ ਟਾਈਮ ਉਹ ਵੀ 1.5-2 ਮਹੀਨੇ 'ਚ ਮਿਲ ਜਾਂਦਾ। ਜਿਹੜੇ ਨਵੇਂ ਅਪਲਾਈ ਕਰਦੇ ਆ 2-2.5 ਮਹੀਨੇ ਦਾ ਇੰਨਾ ਟਾਈਮ ਹੈ, ਕਈਆਂ ਦਾ ਤੇਜ਼ ਵੀ ਆ ਜਾਂਦਾ ਜੀ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਕੈਨੇਡੀਅਨ ਸਟੂਡੈਂਟ ਵੀਜ਼ਾ ਹੈਗਾ, ਮੈਂ ਕੀ ਅਮਰੀਕਾ ਦੇ ਵਿੱਚ ਅਸੈਲਮ ਕਰ ਸਕਦਾ। ਮੈਂ ਦੱਸ ਕੇ ਹਟਿਆ ਜੀ ਕਿ ਉਹਨਾਂ ਨੇ ਜਿਹੜੀ ਕੈਨੇਡਾ ਨਾਲ ਟ੍ਰੀਟੀ ਕੀਤੀ ਆ ਕਿ ਜੇ ਤੁਸੀਂ ਅਸੈਲਮ ਅਮਰੀਕਾ 'ਚ ਕਰਨਾ ਤੁਹਾਨੂੰ ਪਹਿਲਾਂ ਕੈਨੇਡਾ 'ਚ ਅਸੈਲਮ ਕਰਨਾ ਪਏਗਾ। ਉੱਥੇ ਇਹ ਕੇਸ ਤੁਹਾਡਾ ਫੇਲ ਹੁੰਦਾ ਫਿਰ ਤੁਸੀਂ ਇੱਥੇ ਆ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਚਾਈਲਡ ਸਟੇਟਸ ਜਿਹੜਾ ਪ੍ਰੋਟੈਕਸ਼ਨ ਐਕਟ ਹੈਗਾ ਇਹਦੇ ਵਿੱਚ ਹੁਣ ਕਵਰੇਜ ਘੱਟ ਹੋ ਰਹੀ, ਦੇ ਬਾਰੇ ਦੱਸੋ। ਹਾਂਜੀ ਬਿਲਕੁਲ ਠੀਕ ਆ ਕਿ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਗਵਰਨਮੈਂਟ ਆ ਉਹ ਅੱਗੇ ਨਾਲੋਂ ਜ਼ਿਆਦਾ ਸਖਤ ਹੈਗੀ ਆ। ਜਿਵੇਂ ਜਿਹੜੇ 21 ਸਾਲ ਤੋਂ ਉੱਪਰ ਹੋ ਜਾਂਦੇ ਪਹਿਲਾਂ ਆਈ ਜਾਂਦੇ 26-27 ਸਾਲ ਵਾਲੇ ਵੀ, ਪਰ ਹੁਣ ਜਿਹੜੇ ਆ ਉਹ ਘੱਟ ਆ ਰਹੇ ਆ, ਤਾਂ ਇਸ ਕਰਕੇ ਇਹਦੀ ਕਵਰੇਜ ਜਿਹੜੀ ਆ ਉਹ ਘੱਟ ਆ। ਅਗਲਾ ਸਵਾਲ ਹੈ ਜੀ ਕਿ ਮੇਰਾ F4 ਕੇਸ ਆ I-130 ਪਟੀਸ਼ਨ F4 ਅਪਰੂਵ ਹੋਇਆ ਸੀ ਅਗਸਤ 2020 'ਚ, ਕਿੰਨਾ ਟਾਈਮ ਲੱਗੂ? ਇਹਦਾ ਕਾਫੀ ਟਾਈਮ ਲੱਗੂ ਜੀ, ਇਹਦਾ 2005 ਚੱਲਦਾ, ਉੱਥੇ 20 ਨੂੰ ਤਾਂ ਬਹੁਤ ਸਾਲ ਲੱਗਣਗੇ ਜੀ। ਅਗਲਾ ਸਵਾਲ ਹੈ ਜੀ ਕਿ ਬਾਰਡਰ ਬਾਰੇ ਕੋਈ ਅਪਡੇਟ ਦਿਓ। ਬਾਰਡਰ ਬਾਰੇ ਮੈਂ ਦੱਸ ਕੇ ਹਟਿਆ ਜੀ, ਅਪਡੇਟ ਵੀ ਅਜੇ ਤਾਂ ਉਹੀ ਚੱਲੀ ਜਾਂਦਾ ਜਿਵੇਂ ਪਹਿਲਾਂ ਸੀਗਾ। ਜੇ ਕੋਈ ਚੇਂਜ ਆਈ ਤਾਂ ਮਈ 'ਚ ਪਤਾ ਲੱਗੂਗਾ, ਤੇ ਅਜੇ ਫਿਲਹਾਲ ਉਸ ਕਿਸਮ ਦੀ ਕੋਈ ਚੇਂਜ ਨਹੀਂ। ਅਗਲਾ ਸਵਾਲ ਹੈ ਜੀ ਕਿ
ਅਸੈਲਮ ਪਾਸ ਹੁੰਦੇ ਨੂੰ ਕਿੰਨੇ ਸਾਲ ਲੱਗਦੇ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਡਿਪੈਂਡ ਕਰਦਾ ਕਿ ਹੁਣ ਜਿਵੇਂ ਇਹਨਾਂ ਕੋਲ ਕਾਫੀ ਬੈਕਲੌਗ ਆ, ਡੇਟਾਂ ਲੰਬੀਆਂ ਮਿਲਦੀਆਂ ਨੇ, ਸੋ 2 ਸਾਲ ਵੀ ਲੱਗ ਸਕਦੇ ਆ, 3 ਵੀ ਲੱਗ ਸਕਦੇ ਆ, 5 ਵੀ ਲੱਗ ਸਕਦੇ ਆ। ਇਹ ਡਿਪੈਂਡ ਕੋਰਟ ਦੇ ਉੱਤੇ ਕਰਦਾ। ਕਈ ਕੋਰਟਾਂ ਫਾਸਟ ਹੈਗੀਆਂ, ਉੱਥੇ ਡੇਟਾਂ ਜਿਵੇਂ ਹੁਣ ਲਾਸ ਐਂਜਲਸ ਦੀਆਂ ਜਿਵੇਂ ਸੈਂਟਾਨਾ ਵਗੈਰਾ ਕੋਰਟਾਂ ਉਹ ਡੇਟਾਂ ਛੇਤੀ ਦੇ ਦਿੰਦੀਆਂ ਨੇ, ਉਹਦੇ ਮੁਕਾਬਲੇ ਸੈਨ ਫਰਾਂਸਿਸਕੋ ਡੇਟ ਲੰਬੀ ਮਿਲਦੀ ਹੈ, ਨਿਊਯਾਰਕ ਜ਼ਿਆਦਾ ਲੰਬੀ ਹੈ। ਇਸ ਤਰ੍ਹਾਂ ਡਿਪੈਂਡ ਕਰਦਾ। USCIS ਕੋਲ ਵੀ ਕਾਫੀ ਜ਼ਿਆਦਾ ਬੈਕਲੌਗ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਟੂਰਿਸਟ ਵੀਜ਼ੇ 'ਤੇ ਅਮਰੀਕਾ ਆਇਆ, ਜੇ ਮੈਂ ਸਿਟੀਜ਼ਨ ਨਾਲ ਵਿਆਹ ਕਰਾਵਾਂ ਤੇ 90 ਦਿਨ ਦਾ ਰੂਲ ਲਾਗੂ ਹੋਏਗਾ? ਬਿਲਕੁਲ ਹੋਏਗਾ ਜੀ। ਜਿਹੜਾ 90 ਡੇ ਇੰਟੈਂਟ ਦਾ ਰੂਲ ਹੁੰਦਾ ਉਹ ਲਾਗੂ ਹੁੰਦਾ। ਤੁਸੀਂ ਉਸ ਤੋਂ ਪਹਿਲਾਂ ਵਿਆਹ ਨਹੀਂ ਕਰ ਸਕਦੇ, ਉਹ ਟਾਈਮ ਤੋਂ ਬਾਅਦ ਹੀ ਤੁਹਾਨੂੰ ਕਰਨਾ ਪਏਗਾ। ਪਰ ਜੇ ਸਿਟੀਜ਼ਨ ਨਾਲ ਕਰੋਗੇ ਤੁਹਾਨੂੰ ਇੱਥੇ ਜੇ ਲੀਗਲ ਐਂਟਰੀ ਆ ਗ੍ਰੀਨ ਕਾਰਡ ਮਿਲ ਸਕਦਾ, ਪਰ 90 ਦਿਨ ਤੁਹਾਨੂੰ ਇਹਦੀ ਵੇਟ ਕਰਨੀ ਪਏਗੀ। ਅਗਲਾ ਸਵਾਲ ਹੈ ਜੀ ਕਿ ਮੇਰੀ ਗ੍ਰੈਂਡ ਮਦਰ ਨੇ F3 ਕੈਟਾਗਰੀ 'ਚ ਅਪਲਾਈ ਕੀਤਾ ਜੀ 2009 'ਚ, ਕਿੰਨਾ ਟਾਈਮ ਲੱਗੂਗਾ? ਇਹਨੂੰ ਟਾਈਮ ਲੱਗੂਗਾ ਜੀ। F3 ਕੈਟਾਗਰੀ ਤਾਂ ਅਜੇ 2000 ਜਿਹੜਾ ਹੈਗਾ ਟਾਈਮ ਲੱਗ ਰਿਹਾ, ਸੋ ਅਜੇ ਵੇਟ ਕਰਨੀ ਪੈਣੀ ਹੈ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਜਿਹੜਾ ਹੈਗਾ ਉਹਦਾ ਕੋਈ ਨਵਾਂ ਲਾਅ ਤਾਂ ਕੋਈ ਨਹੀਂ ਆਇਆ ਗ੍ਰੀਨ ਕਾਰਡ ਦਾ। ਮੈਂ ਦੱਸ ਕੇ ਹਟਿਆ ਵੀ ਜਿਨ੍ਹਾਂ ਨੇ ਅਸਾਈਲਮ ਤੋਂ ਬਾਅਦ ਗ੍ਰੀਨ ਕਾਰਡ ਅਪਲਾਈ ਕਰਨਾ, ਉਹਨਾਂ ਨੂੰ 1 ਸਾਲ ਵੇਟ ਕਰਨਾ ਪੈਂਦਾ ਸੀ। ਹੁਣ ਉਹਨਾਂ ਨੇ ਇਹ ਕਰਤਾ ਵੀ ਉਹ ਸਾਲ ਵੇਟ ਕਰਕੇ ਅਪਲਾਈ ਕਰਨ ਦੀ ਬਜਾਏ ਤੁਸੀਂ ਅਪਲਾਈ ਕਰ ਸਕਦੇ ਹੋ, ਤੇ ਜੇ ਐਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਮਿਲਣ ਤੱਕ ਸਾਲ ਲੱਗਦਾ ਤਾਂ ਟਾਈਮ ਵਿੱਚ ਕਵਰ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ F4 ਵਾਲਿਆਂ ਨੂੰ ਕੋਈ ਜਿਹੜਾ ਹੈਗਾ ਉਹ ਰਾਹਤ ਕਦੋਂ ਮਿਲੇਗੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਬਹੁਤ ਟਾਈਮ ਇਹਦਾ ਜਿਹੜਾ ਹੈਗਾ ਉਹ ਲੱਗ ਰਿਹਾ। ਇਹਦੇ ਬਾਰੇ ਸਰਕਾਰ ਕਹਿ ਤਾਂ ਰਹੀ ਹੈ ਫਾਸਟ ਕਰਾਂਗੇ, ਪਰ ਅਜੇ ਤੱਕ ਉਹਨਾਂ ਨੇ ਕੀਤਾ ਨਹੀਂ। ਇਹਦੇ ਬਾਰੇ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੈਂ ਪੰਜਾਬ ਪੁਲਿਸ ਜੌਬ ਕਰਦਾ ਤੇ ਮੈਂ ਅਮਰੀਕਾ ਕਿਵੇਂ ਆ ਸਕਦਾ? ਤੁਸੀਂ ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਹੋ ਜੀ। ਤੁਸੀਂ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਆਪਣਾ ਅਪਲਾਈ ਕਰ ਸਕਦੇ ਹੋ, ਤੇ ਜੇ ਵਿਜ਼ਟਰ ਵੀਜ਼ਾ ਤੁਹਾਨੂੰ ਮਿਲ ਜਾਂਦਾ ਫਿਰ ਤੁਸੀਂ ਵਿਜ਼ਿਟ ਕਰਨ ਲਈ ਆ ਸਕਦੇ ਹੋ। ਇਹੀ ਇੱਕ ਤਰੀਕਾ ਜੀ। ਅਗਲਾ ਸਵਾਲ ਹੈ ਜੀ ਕਿ ਸਾਡਾ ਕੇਸ 2008 ਵਿੱਚ ਅਪਲਾਈ ਕੀਤਾ ਸੀ I-130, ਤੇ ਕਿੰਨਾ ਟਾਈਮ ਲੱਗੂਗਾ? ਇਹ ਡਿਪੈਂਡ ਕਰਦਾ ਜੀ ਕਿਹੜੀ ਕੈਟਾਗਰੀ ਹੈ। ਜੇ ਤਾਂ F4 ਕੈਟਾਗਰੀ ਉਹਦਾ 2005 ਚੱਲਦਾ, ਪਰ ਜੇ F3 ਹੈਗੀ ਉਹ 8 ਚੱਲ ਰਿਹਾ, ਸੋ ਉਹਦੇ ਵਿੱਚੋਂ ਜਿਹੜੀ ਵੀ ਕੈਟਾਗਰੀ ਉੱਥੋਂ ਪਤਾ ਲੱਗੂਗਾ ਆਪਾਂ ਨੂੰ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਕਤੂਬਰ 13 F4 ਕੈਟਾਗਰੀ 'ਚ ਕਿੰਨਾ ਟਾਈਮ ਲੱਗ ਰਿਹਾ? ਇਹ ਡਿਪੈਂਡ ਆ ਜੀ ਕਿਹੜੇ ਸਾਲ ਅਪਲਾਈ ਕੀਤਾ। ਜੇ ਤੁਸੀਂ 2005 'ਚ ਕੀਤਾ ਉਹਦੀ ਵਾਰੀ ਤਾਂ ਚੱਲ ਰਹੀ ਆ, ਪਰ ਜੇ ਲੇਟ ਕੀਤਾ ਤਾਂ ਉਹ ਹੁਣ ਫਿਰ ਉਸ ਹਿਸਾਬ ਨਾਲ ਉਹ ਟਾਈਮ ਜਿਹੜਾ ਉਹ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਮੈਂ ਉਹ ਕਹਿ ਰਿਹਾ ਕਿ ਯੂਰਪ ਦੇ ਵਿੱਚ ਵਿਦਆਊਟ ਪੇਪਰ ਆ, ਤੇ USA ਜਦੋਂ ਕੋਈ ਬੰਦਾ ਡਿਪੋਰਟ ਹੁੰਦਾ ਉਹ ਇੰਡੀਆ ਕਰਦੇ ਕਿ ਮੈਕਸੀਕੋ ਕਰਦੇ? USA ਵਾਲੇ ਤਾਂ ਜੇ ਡਿਪੋਰਟ ਹੀ ਕਰਨਾ ਤਾਂ ਇੰਡੀਆ ਕਰਨਗੇ, ਮੈਕਸੀਕੋ ਨਹੀਂ ਕਰਦੇ। ਸੋ ਇਸ ਕਰਕੇ ਜੇ ਤੁਸੀਂ ਇੱਥੇ ਆ ਕੇ ਤੁਹਾਨੂੰ ਡਿਪੋਰਟ ਕਰਨਾ ਹੀ ਹੋਇਆ ਤਾਂ ਇੰਡੀਆ ਨਹੀਂ, ਅਦਰਵਾਈਜ਼ ਡਿਪੋਰਟ ਇੱਦਾਂ ਨਹੀਂ ਉਹ ਕਰਦੇ। ਪਹਿਲਾਂ ਤੁਹਾਨੂੰ ਜੇ ਤੁਸੀਂ ਅਸਾਈਲਮ ਦਾ ਕੇਸ ਲੜਨਾ ਤੁਹਾਨੂੰ ਮੌਕਾ ਦੇਣਗੇ ਕੇਸ ਲੜਨ ਦਾ ਆਪਣਾ, ਸੋ ਤੁਸੀਂ ਉਹ ਫਾਈਟ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੇ ਨੈਫਿਊ ਤੇ ਡੈਪੂਟੇਸ਼ਨ ਲੱਗੀ ਅਮਰੀਕਾ ਆ ਸਕਦਾ? ਡਿਪੈਂਡ ਕਰਦਾ ਜੀ ਕਿੰਨੇ ਸਾਲ ਦੀ ਲੱਗੀ ਆ। ਆਮ ਤੌਰ 'ਤੇ ਜਿੰਨੇ ਸਾਲ ਦੀ ਲੱਗੀ ਆ ਤੁਸੀਂ ਉਨੇ ਸਾਲ ਤੁਹਾਨੂੰ ਉੱਥੇ ਜਿਹੜਾ ਹੈਗਾ ਉਹ ਰਹਿਣਾ ਪੈਂਦਾ ਕੰਟਰੀ ਆਊਟ। ਜੇ ਪਹਿਲਾਂ ਆ ਜਾਓ ਦੁਬਾਰਾ ਉਹੀ ਲੱਗ ਜਾਂਦੀ ਹੈ, ਤੁਸੀਂ ਫਿਰ ਉਸ ਤੋਂ ਪਹਿਲਾਂ ਨਹੀਂ ਆ ਸਕਦੇ। ਅਗਲਾ ਸਵਾਲ ਹੈ ਜੀ ਕਿ ਜਿਹੜੇ ਨਵੇਂ ਰੂਲ ਆਉਣਗੇ ਉਹਨਾਂ ਬਾਰੇ ਦੱਸੋ। ਮਈ 'ਚ ਪਤਾ ਲੱਗੇਗਾ ਜੀ ਜਦੋਂ ਇੰਪਲੀਮੈਂਟ ਹੋਣਗੇ। ਉਸ ਤੋਂ ਬਾਅਦ ਡਿਟੇਲ ਦੇ ਵਿੱਚ ਮੈਂ ਦੱਸੂਗਾ ਵੀ ਉਹਨਾਂ ਦੀ ਕੀ ਇੰਪਲੀਮੈਂਟੇਸ਼ਨ ਆ, ਕੀ ਰਿਜ਼ਲਟ ਆ, ਕਿਤੇ ਲਾਗੂ ਹੁੰਦਾ। ਕਈ ਵਾਰੀ ਇਹੋ ਜਿਹੇ ਰੂਲ ਜਿਹੜੇ ਹੈਗੇ ਕੋਰਟਾਂ 'ਚ ਵੀ ਚੈਲੰਜ ਹੋ ਜਾਂਦੇ ਆ, ਕੋਈ ਜਿਹੜੀ ਕੋਰਟ ਆ ਉਹ ਸਟੇ ਦੇ ਸਕਦੀ ਹੈ, ਸੋ ਇੱਥੋਂ ਪਤਾ ਲੱਗੇਗਾ ਆਪਾਂ ਨੂੰ। ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ 2010 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? F3 ਤਾਂ 2008 ਚੱਲ ਰਿਹਾ ਜੀ, ਸੋ 10 ਦੇ ਵਿੱਚ ਤਾਂ ਅਜੇ ਕਾਫੀ ਟਾਈਮ ਹੈ, ਕਾਫੀ ਸਲੋ ਅਜੇ ਇਮੀਗ੍ਰੇਸ਼ਨ ਹੈਗੀ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ 9 ਮਈ ਨੂੰ ਕੋਈ ਬੰਦਾ ਇੰਡੀਅਨ ਟੈਕਸਸ ਬਾਰਡਰ ਕ੍ਰੋਸ ਕਰਕੇ ਆਵੇ ਤਾਂ ਕੀ ਹੋਊਗਾ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਇਹ ਤਾਂ ਹੁਣ ਮਈ 'ਚ ਪਤਾ ਲੱਗੂ ਕੀ ਪਾਲਿਸੀ ਬਣੇਗੀ। ਸੋ ਪਾਲਿਸੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਬਾਕੀ ਇਹ ਟਾਈਮ ਦੱਸੇਗਾ ਕਿ ਕਿਸ ਤਰ੍ਹਾਂ। ਪਾਲਿਸੀਆਂ ਦਾ ਜਿਹੜਾ ਟਰੰਪ ਸੀ ਉਹਨੇ ਵੀ ਬੜੀਆਂ ਚੇਂਜ ਕੀਤੀਆਂ ਸੀ, ਪਰ ਉਹ ਕੋਰਟਾਂ ਸਟੇ ਕਰ ਦਿੰਦੀਆਂ ਸੀਗੀਆਂ। ਸੋ ਇਸ ਕਰਕੇ ਇਹ ਟਾਈਮ ਜਿਹੜਾ ਹੈਗਾ ਉੱਥੋਂ ਪਤਾ ਲੱਗੇਗਾ। ਅਗਲਾ ਸਵਾਲ ਹੈ ਜੀ ਕਿ USCIS ਦੀ ਜਿਹੜੀ ਇੰਟਰਵਿਊਜ਼ ਕਦੋਂ ਸ਼ੁਰੂ ਹੋਣਗੇ? ਇੰਟਰਵਿਊ ਤਾਂ ਹੋ ਰਹੀਆਂ ਜੀ, ਪਰ ਬੈਕਲੌਗ ਕਰਕੇ ਸਲੋ ਆ, ਪਰ ਇੰਟਰਵਿਊਆਂ ਜ਼ਰੂਰ ਜਿਹੜੀਆਂ ਹੈਗੀਆਂ ਉਹ ਹੋ ਰਹੀਆਂ ਨੇ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਇਟਲੀ ਦੇ ਪੇਪਰ ਨੇ ਤੇ ਮੈਂ ਅਮਰੀਕਾ ਦਾ ਇੱਥੇ ਕੰਮ ਕਰ ਸਕਦਾ? ਤੁਸੀਂ ਕੰਮ ਨਹੀਂ ਕਰ ਸਕਦੇ ਆ ਕੇ, ਵਿਜ਼ਟਰ ਵੀਜ਼ਾ ਤੁਸੀਂ ਟਰਾਈ ਕਰ ਸਕਦੇ ਹੋ।
ਤੇ ਘੁੰਮ ਫਿਰ ਕੇ ਜਾ ਸਕਦੇ ਹੋ। ਪਰ ਇਹਦੀ ਜੇ ਤੁਹਾਡੇ ਕੋਲ ਇਟਲੀ ਤੁਸੀਂ ਪੱਕੇ ਦਾ ਮਤਲਬ ਇਹ ਨਹੀਂ ਕਿ ਅਮਰੀਕਾ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਮਿਲ ਜੂਗੀ। ਤੁਹਾਨੂੰ ਘੁੰਮਣ ਫਿਰਨ ਦੀ ਤਾਂ ਮਿਲ ਸਕਦੀ ਆ, ਪਰ ਕੰਮ ਕਰਨ ਦੀ ਕੋਈ ਪਰਮਿਸ਼ਨ ਜਿਹੜੀ ਆ ਉਹ ਨਹੀਂ ਮਿਲ ਸਕਦੀ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਫਿਆਂਸੇ ਵੀਜ਼ੇ ਦੇ ਬਾਰੇ ਦੱਸੋ। ਫਿਆਂਸੇ ਵੀਜ਼ਾ ਜਿਹੜਾ ਹੁੰਦਾ ਬੇਸਿਕਲੀ ਜੀ, ਉਹ ਜਿਹੜਾ ਇੱਥੋਂ ਕੋਈ US ਸਿਟੀਜ਼ਨ ਆ ਉਹ ਜਾ ਕੇ ਇੰਗੇਜਮੈਂਟ ਕਰਦਾ, ਮੰਗਣਾ ਕਰਦਾ ਕਿਸੇ ਹੋਰ ਕੰਟਰੀ ਦੇ ਵਿੱਚ, ਤੇ ਆਪਣੇ ਫਿਆਂਸੇ ਨੂੰ ਇੱਥੇ ਲਿਆ ਕੇ ਇੰਟੈਂਸ਼ਨ ਹੁੰਦੀ ਆ ਵਿਆਹ ਇੱਥੇ ਕਰਨ ਦੀ, ਉਹਦੀ ਬੇਸ ਤੇ ਹੁੰਦਾ। ਉਹਨੂੰ ਪਹਿਲਾਂ ਉਹ ਫਿਆਂਸੇ ਨਾਲ ਇੰਗੇਜਮੈਂਟ ਕਰਨੀ ਪੈਂਦੀ ਆ, ਪ੍ਰੂਫ ਸ਼ੋ ਕਰਨਾ ਪੈਂਦਾ, ਜਿਹੜੇ ਫੋਟੋ ਵਗੈਰਾ ਦੇਣੀ ਆ। ਉਸ ਤੋਂ ਬਾਅਦ ਕੇਸ ਅਪਲਾਈ ਹੁੰਦਾ, ਉਹਨੂੰ ਫਿਰ ਟਾਈਮ ਅੱਜ ਕੱਲ੍ਹ ਉਹ 'ਚ ਵੀ ਬੈਕਲੌਗ ਕਾਫੀ ਆ, ਸੋ ਟਾਈਮ ਲੱਗ ਰਿਹਾ ਉਹਦੇ 'ਚ। ਤੇ ਲੇਕਿਨ ਉਹ 'ਚ ਇੰਟੈਂਟ ਦਾ ਵੀ ਇਸ਼ੂ ਹੁੰਦਾ ਵੀ ਤੁਸੀਂ ਵਿਆਹ ਕਰੋਗੇ ਜਾ ਕੇ, ਤੇ ਇਹ ਹੈਗਾ। ਪਰ ਉਹਦੇ ਵਿੱਚ ਵੀ ਇੰਨਾ ਜਿਵੇਂ ਅੱਗੇ ਪਹਿਲਾਂ ਫਾਸਟ ਸੀ ਉੱਦਾਂ ਨਹੀਂ ਆ, ਉਹਨੂੰ ਵੀ ਟਾਈਮ ਤਕਰੀਬਨ I-130 ਦੇ ਬਰਾਬਰ ਦਾ ਹੀ ਆ, ਕਾਫੀ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ। ਤੇ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਮਿਲਾਂਗੇ ਜੀ ਅਗਲੇ ਵੀਕ ਇਸੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ।